संत बहाल दास जी ने 10 साल बाबा जी के चरणों में सवे स्वार्थ सवे इच्छा मान की पूर्ति तो निर्मूल हो के सेवा की ते बख्शिशां प्राप्त कीतियां। संत बहाल दास जी हजूर का हुक्म मन के आपा विचरण लई गहरी बुरज वाली विखे रहन लग पे। ਇਹ ਜਗ੍ਹਾ ਬੁਰਜ ਵਰਗੀ ਇਮਾਰਤ ਹੁਣ ਵੀ ਮੌਜੂਦ ਹੈ। ਬਖਸ਼ਿਸ਼ ਹਾਸਿਲ ਕਰਕੇ ਵੀ ਮੁੱਢ ਨਾਲੋਂ ਨਹੀਂ ਟੁੱਟੇ, ਬਲਕਿ 5-7 ਦਿਨ ਦੇ ਬਾਅਦ ਬਾਬਾ ਜੀ ਦੇ ਦਰਸ਼ਨ ਕਰਨ ਲਈ ਆ ਜਾਂਦੇ ਸਨ। ਇੱਕ ਦਿਨ ਬਾਬਾ ਜੀ ਨੇ ਹੁਕਮ ਕੀਤਾ, ਬਹਾਲ ਦਾਸ ਲੋਕਾਂ ਦੇ ਘਰਾਂ ਵਿੱਚ ਸਹਿਜ ਪਾਠ ਅਖੰਡ ਪਾਠ ਕਰਦਿਆ ਕਰੋ। ਆਪਣੇ ਕੋਲ ਚੰਗੇ ਪਾਠੀ ਸਿੱਖ ਰੱਖ ਲਵੋ ਅਤੇ ਨੇੜੇ ਦੇ ਪਿੰਡਾਂ ਸ਼ਹਿਰਾਂ ਵਿੱਚ ਪਾਠ ਰੱਖਿਆ ਕਰੋ। ਜਿਸ ਘਰ ਦੇ ਕੋਈ ਘਰੇਲੂ ਵਿਘਨ ਨਜ਼ਰ ਆਉਣ ਉੱਥੇ ਆਪ ਜ਼ਰੂਰ ਪਹੁੰਚਣਾ। ਬਾਬਾ ਜੀ ਨੇ ਪਾਠ ਦੀ ਵਿਧੀ ਤੇ ਮਰਿਆਦਾ ਸਮਝਾਈ, ਜੋ ਵਿਧੀ ਅੱਜ ਤੱਕ ਡੇਰੇ ਰੂਮੀ ਵਾਲਾ ਵਿਖੇ ਪ੍ਰਚਲਿਤ ਹੈ। ਸੰਗਤਾਂ ਦੀ ਬੇਨਤੀ ਮੰਨ ਕੇ ਆਪ ਜੀ ਨੇ ਬਠਿੰਡਾ ਸੜਕ ਦੇ ਉੱਪਰ ਜੱਸੀ ਪੌ ਵਿਖੇ ਡੇਰਾ ਆਬਾਦ ਕੀਤਾ। ਇੱਥੇ ਸੰਤ ਬਹਾਲ ਦਾਸ ਜੀ ਨੇ ਸੰਗਤਾਂ ਦੀ ਸੇਵਾ ਵਾਸਤੇ ਪੌ ਲਵਾ ਦਿੱਤਾ ਤੇ ਇੱਕ ਪ੍ਰੇਮੀ ਉੱਥੋਂ ਪਾਣੀ ਪਿਆਉਣ ਲਈ ਹਰ ਵੇਲੇ ਹਾਜ਼ਰ ਰਹਿੰਦਾ। ਕਿਉਂਕਿ ਸੰਤ ਬਹਾਲ ਦਾਸ ਜੀ ਕਹਿੰਦੇ ਸਨ, ਜਿਤਨੀ ਦੇਰ ਡੇਰੇ ਦੀ ਮਰਿਆਦਾ ਨਾ ਚਲਾਈ ਜਾਵੇ ਉਤਨੀ ਦੇਰ ਡੇਰਾ ਬਣਾਉਣਾ ਸ਼ੋਭਾ ਨਹੀਂ। ਜਿੰਨੀ ਦੇਰ ਡੇਰੇ ਵਿੱਚ ਆਉਣ ਜਾਣ ਵਾਲੇ ਅਤਿਥੀ ਲਈ ਭੋਜਨ, ਪਿਆਸੇ ਲਈ ਪਾਣੀ, ਰਾਹੀ ਲਈ ਆਰਾਮ ਦੀ ਜਗ੍ਹਾ ਨਾ ਮਿਲੇ ਉਤਨੀ ਦੇਰ ਡੇਰੇ ਦਾ ਕੋਈ ਅਰਥ ਨਹੀਂ। ਸੋ ਇਸ ਡੇਰੇ ਵਿੱਚ ਸੰਗਤ ਦੀ ਸੇਵਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ। ਕਈ ਵਾਰ ਪਾਂਧੀਆਂ ਨੂੰ ਭੁੰਨੇ ਹੋਏ ਛੋਲੇ ਤੇ ਗੁੜ ਵੀ ਦਿੰਦੇ। ਇੱਥੇ ਪੋਹ ਲੱਗਣ ਕਰਕੇ ਇਸ ਡੇਰੇ ਦਾ ਨਾਂ ਜੱਸੀ ਪੌ ਵਾਲੀ ਪੈ ਗਿਆ। ਸੋ ਇਸ ਤਰ੍ਹਾਂ ਰਾਹੀ ਪਾਂਧੀਆਂ ਦੀ ਸੇਵਾ ਹਰ ਕਿਸਮ ਦੀ ਪਰਉਪਕਾਰ ਦੀ ਹੀ ਸੋਚ ਕਰਕੇ ਸੰਤ ਬਹਾਲ ਦਾਸ ਜੀ ਦਾ ਸਤਿਕਾਰ ਇਲਾਕੇ ਵਿੱਚ ਵੱਧਦਾ ਜਾ ਰਿਹਾ ਸੀ। ਹੁਣ ਕਈ ਤਾਂ ਕਿਸੇ ਦੀ ਕਰਨੀ ਕਮਾਈ ਪਰਉਪਕਾਰ ਨੂੰ ਵੇਖ ਕੇ ਖੁਸ਼ ਹੁੰਦੇ ਹਨ, ਉਹਨਾਂ ਤੋਂ ਕੁਰਬਾਨ ਜਾਂਦੇ ਹਨ। ਪਰ ਕਈ ਵੀ ਈਰਖਾ ਕਰਦੇ ਹਨ, ਸੜਦੇ ਹਨ। ਉਹ ਇਹ ਸੋਚਦੇ ਹਨ ਜੇ ਅਸੀਂ ਨਹੀਂ ਕਰ ਸਕਦੇ ਤਾਂ ਇਹ ਕਿਉਂ ਕਰਨ। ਇਸ ਇਲਾਕੇ ਵਿੱਚ ਰਹਿਣ ਵਾਲਾ ਇੱਕ ਫਕੀਰ ਸੀ, ਮੌਜ ਦਰਿਆ, ਜਿਹਦੀ ਚੰਗੀ ਬੰਦਗੀ ਸੀ, ਸ਼ਕਤੀ ਵਾਲਾ ਵੀ ਸੀ। ਪਰ ਸੰਤ ਬਹਾਲ ਦਾਸ ਜੀ ਨੂੰ ਵੇਖ ਕੇ ਈਰਖਾ ਕਰਨ ਲੱਗ ਪਿਆ। ਹੁਣ ਕਈ ਸੋਚਣਗੇ ਕਿ ਜਿਸ ਅੰਦਰ ਸ਼ਕਤੀ ਆ ਗਈ ਉਸ ਅੰਦਰ ਈਰਖਾ ਕਿਵੇਂ ਹੋ ਸਕਦੀ ਹੈ। ਗੁਰਮੁਖੋ, ਕਿਧਰੇ ਭੁਲੇਖੇ ਵਿੱਚ ਨਾ ਰਹਿਣਾ। ਸ਼ਕਤੀ ਵਾਲੇ ਅੰਦਰ ਈਰਖਾ ਨਹੀਂ ਹੋ ਸਕਦੀ। ਸ਼ਕਤੀ ਤਾਂ ਜਪ ਤਪ ਕਰਕੇ ਮਿਲ ਜਾਂਦੀ ਹੈ, ਪਰ ਜਿਹੜੀ ਨਿਮਰਤਾ ਹੈ ਇਹ ਸੇਵਾ ਭਾਵਨਾ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਜਿਸ ਕੋਲ ਸ਼ਕਤੀ ਤੇ ਨਿਮਰਤਾ ਦੋਵੇਂ ਹੋ ਜਾਣ ਤਾਂ ਜਾਣੋ ਉਹ ਤਾਂ ਮਾਨੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਉਸ ਦੀ ਰੱਖਿਆ ਫਿਰ ਨਿਰੰਕਾਰ ਆਪ ਕਿਸੇ ਨਾ ਕਿਸੇ ਬਹਾਨੇ ਕਰਦਾ ਹੈ। ਐਸੇ ਤਰ੍ਹਾਂ ਮੌਜ ਦਰਿਆ, ਜਿਸ ਨੂੰ ਕਾਲੇ ਮੂੰਹ ਵਾਲਾ ਵੀ ਕਹਿੰਦੇ ਸਨ, ਨੇ ਸੰਤ ਬਹਾਲ ਦਾਸ ਜੀ ਨੂੰ ਨੁਕਸਾਨ ਪਹੁੰਚਾਉਣ ਲਈ ਪੂਰੀ ਸ਼ਕਤੀ ਲਾ ਦਿੱਤੀ। ਪਰ ਜਦੋਂ ਉਸ ਦੀਆਂ ਸਾਰੀਆਂ ਚਾਲਾਂ ਵਿਅਰਥ ਗਈਆਂ ਤਾਂ ਉਸਨੇ ਸਭ ਕੁਝ ਜਾਣ ਲਿਆ ਕਿ ਇਹਨਾਂ ਨੂੰ ਬਾਬਾ ਮਹਾਂ ਹਰਨਾਮ ਸਿੰਘ ਜੀ ਤੋਂ ਸਹਾਇਤਾ ਮਿਲਦੀ ਹੈ। ਇਸ ਲਈ ਬਜਾਏ ਇਹਦਾ ਕੁਝ ਵਿਗਾੜਨ ਦੇ ਮੁੱਢ ਨੂੰ ਹੀ ਹੱਥ ਪਾਓ। ਪਰ ਮੂਰਖ ਨੇ ਇਹ ਨਾ ਸੋਚਿਆ ਕਿ ਜਿਸ ਨੇ ਇਹਨਾਂ ਦਾ ਕੁਝ ਨਹੀਂ ਵਿਗੜਨ ਦਿੱਤਾ ਉਹਨਾਂ ਦਾ ਆਪਣਾ ਕੀ ਵਿਗਾੜ ਲਵਾਂਗਾ। ਪਰ ਜਦੋਂ ਬੰਦੇ ਦੀਆਂ ਅੱਖਾਂ ਉੱਪਰ ਈਰਖਾ ਦਾ ਮੋਤੀਆ ਉਤਰ ਆਵੇ ਤਾਂ ਉਸਨੂੰ ਚੰਗੇ ਮਾੜੇ ਦਾ ਵਿਚਾਰ ਨਹੀਂ ਰਹਿੰਦਾ। ਹੁਣ ਮੌਜ ਦਰਿਆ ਨੇ ਸੰਤ ਬਹਾਲ ਦਾਸ ਜੀ ਵੱਲੋਂ ਆਪਣਾ ਰੁਖ ਬਦਲ ਕੇ ਬਾਬਾ ਜੀ ਵੱਲ ਕਰ ਲਿਆ। ਜਿਸ ਤਰ੍ਹਾਂ ਕੋਈ ਚਸ਼ਮੇ ਤੋਂ ਅੰਮ੍ਰਿਤ ਵਰਤਾਉਣ ਵਾਲੇ ਨੂੰ ਛੱਡ ਕੇ ਅੰਮ੍ਰਿਤ ਦੇ ਚਸ਼ਮੇ ਨੂੰ ਹੀ ਸੁਕਾਉਣ ਦਾ ਇਰਾਦਾ ਰੱਖਦਾ ਹੋਵੇ, ਇਸ ਤਰ੍ਹਾਂ ਮੌਜ ਦਰਿਆ ਨੇ ਛੋਟਾ ਦਿਮਾਗ ਹੋਣ ਦਾ ਸਬੂਤ ਦਿੱਤਾ ਤੇ ਆਪਣੇ ਇੱਕ ਸੇਵਕ ਨੂੰ ਬੁਲਾਇਆ ਤੇ ਇਸ ਨੂੰ ਸਮਝਾਇਆ ਕਿ ਰਸਤੇ ਵਿੱਚ ਕਿਸੇ ਨਾਲ ਬੋਲਣਾ ਨਹੀਂ, ਪੁੱਛੋ ਜਾਣਾ ਹੈ। ਉੱਥੇ ਸੰਤਾਂ ਦੇ ਸਾਹਮਣੇ ਖੜੇ ਹੋ ਕੇ ਇਹ ਕਹਿਣਾ ਹੈ ਕਿ ਕਾਲੇ ਮੂੰਹ ਵਾਲੇ ਦੀ 7 ਵਾਰੀ ਰਾਮ ਰਾਮ, 7 ਵਾਰੀ ਅੱਲਾ ਅੱਲਾ, 7 ਵਾਰੀ ਖੁਦਾ ਖੁਦਾ। ਬਚਨ ਮੰਨ ਕੇ ਪੁੱਛੋ ਨੂੰ ਤੁਰ ਪਿਆ। ਉਧਰ ਬਾਬਾ ਜੀ ਭਾਵੇਂ ਕਿ ਹਰ ਵੇਲੇ ਅੱਖਾਂ ਅੱਗੇ ਪੱਟੀ ਬੰਨ੍ਹ ਕੇ ਰੱਖਦੇ ਸਨ, ਪਰ ਸਰਬ ਘਟਾ ਦੀਆਂ ਜਾਣਨਹਾਰ ਸਨ। ਬਾਬਾ ਜੀ ਨੇ ਆਪਣਾ ਸੇਵਕ, ਜੋ ਜਿਸਮਾਨੀ ਤੌਰ 'ਤੇ ਕਾਫੀ ਤਾਕਤਵਰ ਸੀ, ਉਸ ਨੂੰ ਆਪਣੇ ਕੋਲ ਬੁਲਾਇਆ। ਸੇਵਕ ਆ ਗਿਆ ਤੇ ਬੇਨਤੀ ਕੀਤੀ, ਮਹਾਰਾਜ ਕੀ ਹੁਕਮ ਹੈ। ਬਾਬਾ ਜੀ ਨੇ ਫਰਮਾਇਆ, ਇੱਕ ਬਹੁਤ ਵੱਡੀ ਸ਼ਕਤੀ ਪਹਾੜ ਵਰਗੀ ਤਾਕਤ ਲੈ ਕੇ ਕੋਈ ਆ ਰਿਹਾ ਹੈ। ਅਸੀਂ ਸੋਚਿਆ ਕਿ ਉਸ ਦਾ ਜਵਾਬ ਦੇਣ ਵਾਸਤੇ ਸ਼ਕਤੀ ਕੀ ਖਰਚਣੀ ਹੈ, ਉਸ ਨੂੰ ਉਂਝ ਹੀ ਸਿੱਧਾ ਕਰ ਦਈਏ। ਇਸ ਲਈ ਉਸ ਨੂੰ ਸਾਡੇ ਸਾਹਮਣੇ ਨਹੀਂ ਆਉਣ ਦੇਣਾ। ਜਿਸ ਵਕਤ ਉਹ ਉੱਪਰ ਆਉਣ ਲੱਗੇ ਤਾਂ ਇੱਕ ਹੱਥ ਜਮਨਾ ਰੋੜੀ ਰੱਖਣਾ ਤੇ ਦੂਜੇ ਹੱਥ ਨਾਲ ਧੌਣ ਤੋਂ ਪਕੜ ਕੇ ਥੱਲੇ ਨੂੰ ਧੱਕਾ ਦੇਣਾ। ਟਿੱਲਾ ਸਾਹਿਬ ਦੇ ਉੱਪਰ ਪਹਾੜ ਵਾਲੇ ਪਾਸੇ ਮਿੱਟੀ ਦਾ ਇੱਕ ਥੜਾ ਹੈ ਜੋ ਅੱਜ ਵੀ ਮੌਜੂਦ ਹੈ। ਉਸ ਨੂੰ ਬਾਬਾ ਜੀ ਨੇ ਹੁਕਮ ਦੇ ਕੇ ਤਿਆਰ ਕਰਵਾਇਆ ਸੀ ਤੇ ਇਸ ਦਾ ਨਾਮ ਜਮਨਾ ਰੋੜੀ ਰੱਖਿਆ ਹੋਇਆ ਸੀ। ਬਾਬਾ ਜੀ ਨੇ ਕਿਹਾ ਉਸ ਨੂੰ ਉਨੀ ਦੇਰ ਨਹੀਂ ਛੱਡਣਾ ਜਿੰਨੀ ਦੇਰ ਉਹ ਬੋਲ ਨਾ ਪਵੇ।
ਉਸ ਨੂੰ ਪੂਰੀ ਤਾਕਤ ਲਾ ਕੇ ਕਾਬੂ ਕਰਨਾ ਹੈ ਤੇ ਬੁਲਾਉਣ ਦੀ ਕੋਸ਼ਿਸ਼ ਕਰਨੀ ਹੈ। ਥੋੜ੍ਹੀ ਦੇਰ ਬਾਅਦ ਮੌਜ ਦਰਿਆ ਦਾ ਸੇਵਕ ਆ ਗਿਆ ਤੇ ਟਿੱਲੇ ਦੇ ਉੱਪਰ ਵੱਲ ਸਿੱਧਾ ਹੋ ਤੁਰਿਆ। ਬਾਬਾ ਜੀ ਦਾ ਸੇਵਕ ਨੇੜੇ ਹੋਇਆ ਤੇ ਉਸ ਨੂੰ ਗਲੋਂ ਫੜਿਆ। ਉਹ ਅੱਗੇ ਵਧਣ ਦੀ ਕੋਸ਼ਿਸ਼ ਕਰੇ। ਇਸ ਤਰ੍ਹਾਂ ਹੇਠਾਂ ਉੱਤੇ ਹੁੰਦੇ ਹੋਏ ਟਿੱਲੇ ਤੋਂ ਥੱਲੇ ਆ ਗਏ। ਬਾਬਾ ਜੀ ਜਦੋਂ ਨਜ਼ਰ ਨਾ ਆਏ ਤਾਂ ਉਸਨੇ ਦੂਰੋਂ ਹੀ ਕਾਲੇ ਮੂੰਹ ਵਾਲੇ ਸਮਝਾਏ ਲਫ਼ਜ਼ ਬੋਲ ਦਿੱਤੇ। ਕਾਲੇ ਮੂੰਹ ਵਾਲੇ ਦੀ 7 ਵਾਰ ਰਾਮ ਰਾਮ, 7 ਵਾਰੀ ਅੱਲਾ ਅੱਲਾ, 7 ਵਾਰੀ ਖੁਦਾ ਖੁਦਾ। ਉੱਤਰ ਵਿੱਚ ਬਾਬਾ ਜੀ ਨੇ ਸ਼ਬਦ ਪੜ੍ਹਿਆ, ਨਿੰਦਕ ਗੁਰ ਕਿਰਪਾ ਤੇ ਹਟਿਓ, ਤੇ ਸ਼ਬਦ ਪੜ੍ਹ ਕੇ ਬਚਨ ਕੀਤਾ, ਜਾ ਕੇ ਮੌਜ ਦਰਿਆ ਨੂੰ ਸੰਭਾਲ ਲਓ, ਸਾਡਾ ਤਾਂ ਕੁਝ ਵਿਗੜਿਆ ਨਹੀਂ। ਇਹ ਸੁਣ ਕੇ ਮੌਜ ਦਰਿਆ ਦਾ ਸੇਵਕ ਚਲਿਆ ਗਿਆ ਤਾਂ ਬਾਬਾ ਜੀ ਨੇ ਇੱਕ ਸੇਵਕ ਬਹਾਲ ਦਾਸ ਜੀ ਵੱਲ ਭੇਜਿਆ ਤੇ ਉਸ ਨੂੰ ਆਦੇਸ਼ ਦਿੱਤਾ ਕਿ ਬਹਾਲ ਦਾਸ ਜੀ ਨੂੰ ਆਖੋ ਕਿ ਉਸ ਕਾਲੇ ਮੂੰਹ ਵਾਲੇ ਦੇ ਕੋਲ ਨਾ ਜਾਵੇ। ਪੈਂਡਾ ਕਾਫੀ ਸੀ। ਇੰਨੇ ਨੂੰ ਬਹਾਲ ਦਾਸ ਜੀ ਨੂੰ ਕਾਲੇ ਮੂੰਹ ਵਾਲੇ ਦਾ ਸੇਵਕ ਪਹਿਲਾਂ ਹੀ ਆ ਕੇ ਲੈ ਗਿਆ ਸੀ। ਬਹਾਲ ਦਾਸ ਜੀ ਨੇ ਉਸ ਦੀ ਬੇਹੋਸ਼ੀ ਦੀ ਹਾਲਤ ਵੇਖ ਕੇ ਰੱਖਿਆ ਦਾ ਸ਼ਬਦ ਪੜ੍ਹਿਆ, ਪਰ ਰੱਖਿਆ ਤਾਂ ਹੀ ਹੋ ਸਕਦੀ ਜੇ ਕੋਈ ਚੋਟ, ਸੱਟ ਜਾਂ ਬਿਮਾਰੀ ਨਾਲ ਬੇਹੋਸ਼ੀ ਹੁੰਦੀ। ਉਸ ਨੂੰ ਤਾਂ ਦਰਗਾਹ ਦੇ ਫਿਟਕਾਰੇ ਦੀ ਸੱਟ ਸੀ। ਉਹ ਤਾਂ ਹੰਕਾਰ ਵਿੱਚ ਸੜ ਗਿਆ ਸੀ। ਸ਼ਬਦ ਪੜ੍ਹਿਆ ਹੀ ਸੀ ਕਿ ਸੰਤ ਬਹਾਲ ਦਾਸ ਜੀ ਆਪ ਬੇਹੋਸ਼ ਹੋ ਗਏ। ਇਹ ਸਾਰੀ ਹਕੀਕਤ ਵੇਖ ਕੇ ਬਹਾਲ ਦਾਸ ਜੀ ਦਾ ਸੇਵਕ ਬਾਬਾ ਜੀ ਕੋਲ ਪਹੁੰਚਿਆ ਤੇ ਬਾਬਾ ਜੀ ਨੂੰ ਸਾਰੀ ਵਿਥਿਆ ਦੱਸੀ। ਬਾਬਾ ਜੀ ਪਹਿਲਾਂ ਤਾਂ ਗੁੱਸੇ ਹੋਏ ਕਿ ਉਹ ਉੱਥੇ ਗਿਆ ਹੀ ਕਿਉਂ, ਤੇ ਫਿਰ ਕਿਰਪਾ ਦ੍ਰਿਸ਼ਟੀ ਕਰਕੇ ਸੰਤ ਬਹਾਲ ਦਾਸ ਜੀ ਨੂੰ ਪਹਿਲਾਂ ਵਾਲੀ ਹਾਲਤ ਵਿੱਚ ਲਿਆਂਦਾ ਤੇ ਉਹ ਮੌਜ ਦਰਿਆ ਆਪਣੀ ਈਰਖਾ ਵਿੱਚ ਆਪ ਹੀ ਸੜ ਗਿਆ। ਭਾਈ ਨੀਲਾ ਸਿੰਘ ਜੀ ਪਿੰਡ ਬੀਬੀਵਾਲਾ, ਜੋ ਭੁੱਚੋ ਕਲਾਂ ਵਿੱਚੋਂ ਹੀ ਵਸਿਆ, ਬਠਿੰਡਾ ਦੇ ਨਜ਼ਦੀਕ ਸੀ। ਇਹ ਪਿੰਡ ਭਾਈ ਦਿਆਲ ਸਿੰਘ ਦੀ ਪੋਤਰੀ ਭਾਈ ਗੁਰਬਖਸ਼ ਸਿੰਘ ਦੀ ਪੁੱਤਰੀ ਕਰਮ ਕੌਰ ਨੂੰ ਆਪਣੇ ਪਿਤਾ ਵੱਲੋਂ ਤੋਹਫੇ ਵਿੱਚ ਮਿਲਿਆ। ਬੀਬੀ ਕਰਮ ਕੌਰ ਦੀ ਔਲਾਦ ਭੁੱਚੋ ਕਲਾਂ ਵਿੱਚ ਰਹਿੰਦੀ ਹੈ। ਪੱਤੇ ਭਾਈ ਕੀ ਵਿੱਚ ਇਹ ਬੀਬੀ ਜੀ ਦੇ ਅਗਵਾੜ ਨਾਲ ਰਹਿੰਦੇ ਹਨ। ਭਾਈ ਨੀਲਾ ਸਿੰਘ ਵੀ ਬਾਬਾ ਜੀ ਦੇ ਦਰਸ਼ਨ ਕਰਨ ਆਪਣੇ ਸੰਗੀਆਂ ਨਾਲ ਆਉਂਦਾ। ਸਮਾਂ ਪਾ ਕੇ ਸੇਵਾ ਭਾਵਨਾ ਵੱਧਦੀ ਗਈ। ਕੋਈ ਪੁਰਾਤਨ ਕਾਲ ਦੀ ਪ੍ਰੇਮ ਗੰਢ ਹੋਰ ਵੀ ਪੀੜੀ ਹੁੰਦੀ ਗਈ। ਅਖੀਰ ਇੱਕ ਦਿਨ ਸੇਵਾ ਮੰਗ ਲਈ ਹਜ਼ੂਰ ਨੇ ਆਗਿਆ ਦੇ ਦਿੱਤੀ, ਪਰ ਸ਼ਰਤ ਰੱਖੀ ਕਿ ਮੁੜ ਘਰ ਨਹੀਂ ਜਾਣਾ। ਨੀਲਾ ਸਿੰਘ ਨੇ 7 ਵਚਨ ਕਹਿ ਕੇ ਸਿਰ ਝੁਕਾ ਦਿੱਤਾ। ਬਾਬਾ ਜੀ ਨੇ ਹੁਕਮ ਦਿੱਤਾ, ਉਹ ਸਾਹਮਣੇ ਅੰਦਰ ਦੀ ਖੂਹੀ ਤੋਂ ਪਾਣੀ ਲਿਆਉਣ ਦੀ ਸੇਵਾ ਕਰਨੀ ਹੈ। ਇਹ ਪਾਣੀ ਦਾ ਬੋਕਾ ਇਕੱਲੇ ਨੂੰ ਖਿੱਚਣਾ ਪਏਗਾ। ਨੀਲਾ ਸਿੰਘ ਨੇ ਸੇਵਾ ਸੰਭਾਲ ਲਈ। ਬੋਕੇ ਨਾਲ ਪਾਣੀ ਖਿੱਚਣਾ ਅਤੇ ਘੜਿਆਂ ਵਿੱਚ ਪਾਉਣਾ। ਕੁਝ ਆਪ ਚੁੱਕ ਕੇ ਲਿਆਉਣੇ, ਕੁਝ ਸੰਗਤ ਨੇ ਲੈ ਕੇ ਆਉਣੇ। ਉਸ ਸਮੇਂ ਵਿੱਚ ਪਾਣੀ ਦਾ ਸਾਧਨ ਖੂਹਾਂ ਰਾਹੀਂ ਸੀ। ਬੋਕੇ ਲੈ ਕੇ ਇੱਕ ਲੰਬੀ ਲੱਜ ਨਾਲ ਬੰਨ੍ਹ ਲੈਣਾ ਤੇ ਬਲਦ ਅੱਗੇ ਜੋੜ ਕੇ ਖੂਹ ਵਿੱਚੋਂ ਪਾਣੀ ਕੱਢਣਾ। ਪਰ ਨੀਲਾ ਸਿੰਘ ਤਾਕਤਵਰ ਸੀ, ਜੋ ਕਿ ਆਪ ਹੀ ਅੱਗੇ ਜੁੱਤ ਕੇ ਪਾਣੀ ਦਾ ਬੋਕਾ ਬਾਹਰ ਖਿੱਚਦਾ। ਹਰ ਰੋਜ਼ ਨੇਮ ਨਾਲ ਇਹ ਮਿਲੀ ਹੋਈ ਸੇਵਾ ਕਰਨੀ, ਕਦੇ ਵੀ ਸੇਵਾ ਤੋਂ ਅੱਕਣਾ ਥੱਕਣਾ ਨਹੀਂ। ਉਹਦਾ ਬਾਟਾ ਭਰ ਕੇ ਰੱਖ ਦੇਣਾ। ਕਦੇ ਉਸ ਨੂੰ ਚਿੱਤਰੇ ਰੰਗ ਦਾ ਬਿੱਲਾ ਆ ਕੇ ਪੀ ਜਾਂਦਾ ਤੇ ਕਦੇ ਨੀਲਾ ਸਿੰਘ ਤੇ ਕੇਸਰ ਸਿੰਘ ਦੇ ਢਿੱਡ ਉੱਪਰ ਦੀ ਲੰਘ ਕੇ ਬਹੁਤ ਭਾਰੀ ਸੱਪ ਨੇ ਆ ਕੇ ਪੀ ਜਾਣਾ। ਸੁੰਦਰ ਸਿੰਘ ਨੇ ਕਈ ਵਾਰ ਇਸ ਸੱਪ ਨੂੰ ਮਾਰਨ ਦੀ ਆਗਿਆ ਮੰਗੀ, ਪਰ ਹਜ਼ੂਰ ਇਨਕਾਰ ਕਰ ਦਿੰਦੇ। ਅਸੀਂ ਕਈ ਵਾਰ ਕਿਹਾ, ਸਾਨੂੰ ਸੱਪ ਤੋਂ ਡਰ ਲੱਗਦਾ ਹੈ, ਜਦ ਪਹਿਰੇ 'ਤੇ ਹੁੰਦੇ ਹਾਂ ਇਹ ਤੁਰਿਆ ਫਿਰਦਾ ਹੈ। ਆਪ ਜੀ ਹੱਸ ਕੇ ਕਹਿਣ ਲੱਗੇ, ਇਹ ਵੀ ਸਾਡਾ ਪਹਿਰੇਦਾਰ, ਇਹਨੂੰ ਮਾਰਨਾ ਨਹੀਂ। ਇੱਕ ਵਾਰ ਬਾਰਿਸ਼ ਨਾ ਪਈ। ਲੋਕ ਇਕੱਠੇ ਹੋ ਕੇ ਬਾਬਾ ਜੀ ਕੋਲ ਆ ਕੇ ਬੇਨਤੀ ਕਰਨ ਲੱਗੇ, ਪਾਤਸ਼ਾਹ ਮੀਂਹ ਨਹੀਂ ਪੈਂਦਾ, ਕਿਰਪਾ ਕਰੋ। ਹਜ਼ੂਰ ਨੇ ਬਚਨ ਕੀਤਾ, ਮੀਂਹ ਪਵੇਗਾ, ਪਹਿਲਾਂ ਸਾਡਾ ਇਹ ਤਲਾਅ ਪੁੱਟ ਦਿਓ। ਟਿੱਲੇ ਦੇ ਪਿੱਛੇ ਤਖਤੇ ਆਣਾ ਛੱਪੜ ਨੂੰ ਤਲਾਅ ਆਖਦੇ ਹਨ। ਲੋਕ 7 ਬਚਨ ਕਹਿ ਕੇ ਚਲੇ ਗਏ। ਅਗਲੇ ਦਿਨ ਛੱਪੜ ਪੁੱਟਣ ਲੱਗ ਪਏ। ਅੱਧ ਤੋਂ ਵੱਧ ਪੁੱਟ ਕੇ ਲੋਕ ਆਰਾਮ ਕਰਨ ਲੱਗ ਪਏ ਤੇ ਸੁੰਦਰ ਸਿੰਘ ਬਾਬਾ ਜੀ ਕੋਲ ਆ ਗਿਆ, ਨਮਸਕਾਰ ਕੀਤੀ ਤੇ ਬੈਠ ਗਿਆ। ਬਾਬਾ ਜੀ ਨੇ ਬਚਨ ਕੀਤਾ, ਕਿਉਂ ਬਈ ਨੰਦੇ ਗਿਆ, ਪੁੱਟ ਦਿੱਤਾ ਹੈ? ਜੀ ਪੁੱਟ ਦਿੱਤਾ ਹੈ। ਸੁੰਦਰ ਸਿੰਘ ਨੇ ਦੱਸਿਆ ਕਿ ਮਹਾਰਾਜ 3 ਵਜੇ ਦਾ ਸਮਾਂ ਹੋਇਆ, ਮੀਂਹ ਪੈਣਾ ਸ਼ੁਰੂ ਹੋ ਗਿਆ, ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਸਰਬ ਕਲਾ ਸਮਰੱਥ ਅਕਾਲ ਪੁਰਖ ਇੱਕ ਰੂਪ, ਇੱਕ ਰੰਗ, ਇੱਕ ਸੁਰ ਹੁੰਦੇ ਹਨ। ਇਹ ਜੋ ਚਾਹੁੰਦੇ ਹਨ ਉਹੀ ਵਰਤਦਾ ਹੈ। ਸੰਤ ਸਾਧ ਅਤੇ ਭਗਤ ਵਿੱਚ ਕੋਈ ਭਿੰਨਤਾ ਨਹੀਂ। ਇਹ ਸਾਰੇ ਪ੍ਰਭੂ ਦਾ ਰੂਪ ਹਨ, ਸਰਗੁਣ ਸਰੂਪ ਤੇ ਇੱਕ ਜੋਤ। ਅਸਲ ਵਿੱਚ ਆਪੇ ਏਕ ਆਪ ਵਿਸਥਾਰ ਹੀ ਯਥਾਰਥ ਹੈ। ਇਹ ਹਾਲਾਤ ਤੁਮ ਤੇ ਭਿੰਨ ਨਹੀਂ ਕੁਛ ਹੋਏ, ਆਪਨ ਸੂਤ ਸਭ ਜਗਤ ਪਰੋਏ ਹੀ ਸਹੀ ਤੱਥ ਹੈ।
परंतु सब जीव हुक्म नहीं बजते। इसलिए परम पदवी प्राप्त नहीं कर सकते जे किसी विद्वान पंडित ਜਾਂ ਕਿਸੇ पढ़े लिखे नहीं आना तो उसकी बुद्धि ते पर्दा पा देना ताकि जिस उपर किरपा दृष्टि की दरगाही हुक्म ना होवे उन्होंने समझ ही ना आ सके। ਉਹਦੇ ਨਾਲ ਵਿੰਗੇ ਟੇਡੇ ਬਚਨ ਕਰਨੇ, ਜਿਵੇਂ ਕਿਹੜੇ ਪਿੰਡ ਤੋਂ ਆਇਆ, ਕੀ ਨਾਮ, ਕੀ ਗੋਤ, ਪਿੰਡ ਵਿੱਚ ਕਿੰਨੇ ਜੱਟ, ਕਿੰਨੇ ਮਜ਼੍ਹਬੀ, ਉਹਨਾਂ ਦੇ ਕਿੰਨੇ ਘਰ, ਘਰ ਵਿੱਚ ਕਿੰਨੀਆਂ ਲਾਲਟੈਨਾਂ, ਉਹਨਾਂ ਨੇ ਚਲੇ ਜਾਣਾ ਕਿਉਂਕਿ ਉਸ ਦੀ ਬੁੱਧੀ ਸਮਝ ਤੋਂ ਹੀ ਵੱਖ ਕਰ ਦੇਣੀ। ਕਈ ਵਾਰ ਬਾਣੀ ਵਿੱਚ ਪ੍ਰਮਾਣ ਦੇ ਕੇ ਐਸੀ ਵਿਚਾਰ ਕਰਨੀ ਕਿ ਸਭ ਨੇ ਹੈਰਾਨ ਰਹਿ ਜਾਣਾ। ਸਰਦਾਰ ਕੁੱਕਰ ਸਿੰਘ ਜੀ ਦੱਸਦੇ ਹਨ ਕਿ ਜਦ ਕਦੇ ਮੀਂਹ ਆ ਜਾਣਾ ਤਾਂ ਸਾਨੂੰ ਪੱਟੀਆਂ ਮੰਗਣ ਪਿੰਡ ਵਿੱਚ ਭੇਜ ਦੇਣਾ, ਕਹਿਣਾ ਜਾਓ ਪੱਟੀਆਂ ਲੈ ਕੇ ਆਓ, ਝੁੱਗੀ ਬਣਾਉਣੀ ਹੈ, ਸੰਗਤ ਭਿੱਜਦੀ ਹੈ। ਸੁੰਦਰ ਸਿੰਘ ਨੇ ਇੱਕ ਵਾਰ ਹੱਸਦੇ ਨੇ ਕਹਿ ਦਿੱਤਾ, ਬਾਬਾ ਜੀ ਤੁਹਾਡੇ ਕੋਲ ਰਾਜੇ ਮਹਾਰਾਜੇ ਸੇਠ ਆਉਂਦੇ ਹਨ, ਇੱਥੇ 4 ਇੱਟਾਂ ਲਾ ਕੇ ਕੋਠਾ ਨਹੀਂ ਪਵਾਈਦਾ। ਅੰਤਰਜਾਮੀ ਮਹਾਂਪੁਰਖਾਂ ਨੇ ਬਚਨ ਕਰਨਾ, ਦੇਖੇਂਗਾ ਨੰਦੇ ਕਿਆ ਤੂੰ 4 ਇੱਟਾਂ ਕਹਿਣਾ, ਇੱਥੇ ਲੱਖਾਂ ਹੀ ਲੱਗ ਜਾਣਗੀਆਂ। ਸੋ ਅੱਜ ਉਹ ਬਚਨ ਸੱਤ ਹੋ ਰਿਹਾ ਹੈ। ਡੇਰੇ ਅੰਦਰ ਲੱਖਾਂ ਕਰੋੜਾਂ ਇੱਟਾਂ ਲੱਗ ਰਹੀਆਂ ਹਨ। ਬਾਬਾ ਜੀ ਨੇ ਜੋ ਬਚਨ ਕੀਤਾ ਸੁੱਤੇ ਸਿੱਧ ਕੀਤਾ ਜਾਂ ਹੱਸਦਿਆਂ ਕੀਤਾ, ਭਾਵੇਂ ਨਾਰਾਜ਼ਗੀ ਵਾਲੇ ਅੰਦਾਜ਼ ਵਿੱਚ ਕੀਤਾ, ਸੱਤ ਹੋ ਰਿਹਾ ਹੈ। ਅੱਜ ਪ੍ਰਤੱਖ ਹੋ ਕੇ ਵਰਤ ਰਿਹਾ ਹੈ। ਬਚਨ ਨਾ ਮੰਨਣ ਵਾਲੇ ਨੂੰ ਸਰਾਪ ਆਪੇ ਲੱਗ ਜਾਂਦਾ ਹੈ। ਪੁੱਚੋ ਕਲਾ ਦਾ ਇੱਕ ਚੰਗੇ ਘਰਾਣੇ ਦਾ ਸੇਠ ਗੋਂਦਾ ਮੱਲ ਸਤ ਸੰਗਤ ਵੱਲੋਂ ਬੇਮੁਖ ਸੀ। ਜਿਵੇਂ ਬਾਣੀ ਹੈ, ਮਾਇਆ ਧਾਰੀ ਅਤ ਅੰਨਾ ਬੋੜਾ, ਸ਼ਬਦ ਨਾ ਸੁਣਈ ਬਹੁ ਰੋੜ ਕਚੋੜਾ। ਗੌੜੀ ਵਾਰ ਮਹੱਲਾ ਤੀਜਾ ਅੰਗ 313। ਦੇਸੀ ਘਿਓ ਛਕਣ ਦੇ ਸ਼ੌਕੀਨ ਸਨ। ਕਦੇ ਕਦੇ ਸੁੱਖੇ ਦੀ ਦੇਗ ਵੀ ਛਕ ਲੈਂਦੇ ਸਨ, ਪਰ ਘਿਓ ਆਦਿ ਘਰ ਤੋਂ ਮੰਗਵਾਉਂਦੇ ਸਨ। ਸਿੱਧ ਪੁਰਸ਼ ਹੁੰਦੇ ਹੋਏ ਸੇਵਾ ਰੁਚੀ ਲਾ ਕੇ ਕਰਦੇ ਸਨ। ਤਨ ਤੇ ਮਨ ਨਾਲ ਕੀਤੀ ਸੇਵਾ ਵਿਅਰਥ ਨਹੀਂ ਜਾਂਦੀ। ਨੀਲਾ ਸਿੰਘ ਨੇ ਸੇਵਾ ਕਰਕੇ ਸਿੱਧੀਆਂ ਪਾ ਲਈਆਂ ਸਨ। ਸਹਿਜ ਸੁਭਾਅ ਕੋਈ ਬਚਨ ਕਰਨਾ ਤੇ ਪੂਰਾ ਹੋ ਜਾਣਾ। ਸੋ ਨੀਲਾ ਸਿੰਘ ਨੇ ਨਿਮਰਤਾ ਸਦਕਾ ਉਹ ਪਰਮ ਪਦਵੀ ਤੇ ਆਨੰਦ ਪ੍ਰਾਪਤ ਕਰ ਲਿਆ ਜਿਸ ਤੋਂ ਬਹੁਤ ਜਗਤ ਵਾਂਝਾ ਹੈ। ਸੇਵਾ ਵਿੱਚ ਆਉਣ ਤੋਂ ਬਾਅਦ ਸਾਰੀ ਜ਼ਿੰਦਗੀ ਸੇਵਾ ਅੰਦਰ ਹੀ ਲੰਘਾ ਦਿੱਤੀ। ਸੇਵਾ ਵਿੱਚ ਆਲਸ ਨਹੀਂ ਕੀਤੀ। ਆਪਣੀ ਨੀਂਦ, ਭੁੱਖ, ਤ੍ਰੇਹ, ਗਰਮੀ ਤੇ ਸਰਦੀ ਦੀ ਕਦੇ ਪਰਵਾਹ ਨਹੀਂ ਕੀਤੀ। ਬਾਬਾ ਜੀ ਦੀਆਂ ਅਜ਼ਮਤਾਂ ਮਹਾਂਪੁਰਖਾਂ ਨੇ ਆਪਣੀ ਪਛਾਣ ਕਰਾਉਣ ਦੀ ਮਿਹਰ ਦੀ ਨਜ਼ਰ 2 ਹੋਰ ਪ੍ਰੇਮੀਆਂ ਉੱਪਰ ਕੀਤੀ। ਇਹ ਪ੍ਰੇਮੀ ਭਾਈ ਸੁੰਦਰ ਸਿੰਘ ਤੇ ਭਾਈ ਕੁੱਕਰ ਸਿੰਘ ਅਕਾਲੀ ਸਨ ਜੋ ਸੇਵਾ ਅੰਦਰ ਆਏ। ਪ੍ਰਸੰਗ ਉਸ ਸਮੇਂ ਦਾ ਹੈ ਜਦੋਂ ਸੁੰਦਰ ਸਿੰਘ 20 ਕੁ ਸਾਲ ਦੀ ਉਮਰ ਵਿੱਚ ਤੇ ਕੁੱਕਰ ਸਿੰਘ 16 ਕੁ ਸਾਲ ਦਾ। ਇਹ ਦੋਨੋਂ ਆਪਸ ਵਿੱਚ ਮਿੱਤਰ ਵੀ ਸਨ। ਕੁੱਕਰ ਸਿੰਘ ਜਿਹਦੀ ਆਯੂ 107 ਸਾਲ ਹੈ ਤੇ ਅੱਜ ਵੀ ਚੰਗੀ ਹਾਲਤ ਵਿੱਚ ਜੀ ਰਿਹਾ ਹੈ। ਇਸ ਨੇ ਦੱਸਿਆ ਹੈ ਕੁੱਕਰ ਸਿੰਘ ਦੀ ਜ਼ਬਾਨੀ, ਅਸੀਂ ਦੋਨੋਂ ਇਕੱਠੇ ਆਉਣਾ ਤੇ ਬਾਬਾ ਜੀ ਨਾਲ ਗੱਲਾਂ ਕਰਦੇ ਸੁਣਦੇ ਰਹਿਣਾ। ਅੱਜ ਦੀ ਵਿਚਾਲੇ ਛੱਡੀ ਗੱਲ ਕੱਲ੍ਹ ਫਿਰ ਸ਼ੁਰੂ ਕਰ ਦੇਣੀ। ਰਸਤੇ ਵਿੱਚ ਆਉਂਦੇ ਸਮੇਂ ਸੋਚਦੇ ਆਉਣਾ ਕਿ ਬਾਬਾ ਜੀ ਕੋਲੋਂ ਰੱਬ ਦੇ ਘਰ ਦੀ ਗੱਲ ਸੁਣਾਂਗੇ, ਪਰ ਕੋਲ ਆ ਕੇ ਸਾਰਾ ਕੁਝ ਭੁੱਲ ਜਾਣਾ, ਪਿਛਲੀਆਂ ਗੱਲਾਂ ਹੀ ਤੋਰ ਦੇਣੀਆਂ। ਅਸੀਂ ਬਾਬਾ ਜੀ ਦੇ ਇਸ਼ਨਾਨ ਕਰਨ ਲਈ ਪਾਣੀ ਦੇ ਘੜੇ ਲਿਆਉਣ ਦੀ ਸੇਵਾ ਨੀਲਾ ਸਿੰਘ ਨਾਲ ਕਰਾਉਣ ਲੱਗ ਪਏ। ਇੱਕ ਦਿਨ ਸੁੰਦਰ ਸਿੰਘ ਕਹਿਣ ਲੱਗਾ, ਅੱਜ ਬਾਬਾ ਜੀ ਤੋਂ ਮਠਿਆਈ ਮੰਗ ਕੇ ਖਾਈਏ। ਜਦੋਂ ਟਿੱਲੇ ਉੱਪਰ ਪਹੁੰਚੇ ਤਾਂ ਬਾਬਾ ਜੀ ਅੱਗੇ ਨਮਸਕਾਰ ਕੀਤੀ ਤੇ ਹਰੀ ਹਰ ਅਲਾਪ ਕੇ ਨੇੜੇ ਬੈਠ ਗਏ। ਬਾਬਾ ਜੀ ਨੇ ਹਰੀ ਹਰ ਅਲਾਪਿਆ ਤੇ ਬਚਨ ਕੀਤਾ, ਅੱਜ ਗੁਰਮੁਖੋ ਕੀ ਖਾਓਗੇ? ਸੁੰਦਰ ਸਿੰਘ ਨੇ ਕਿਹਾ, ਮਹਾਰਾਜ ਅੱਜ ਮਠਿਆਈ ਖਵਾ ਦਿਓ। ਮਠਿਆਈ ਮੰਗ ਕੇ ਅਸੀਂ ਸੋਚਣ ਲੱਗ ਪਏ ਕਿ ਰੋਟੀਆਂ ਤਾਂ ਪਿੰਡੋਂ ਆਉਂਦੀਆਂ ਹਨ, ਮਠਿਆਈ ਕਿੱਥੋਂ ਆਊਗੀ? ਹਜ਼ੂਰ ਆਪਣੀ ਕੁਟੀਆ ਅੰਦਰ ਗਏ ਜਿਸ ਦੇ ਵਿਚਾਲੇ ਪਰਦਾ ਲਾ ਕੇ 2 ਹਿੱਸੇ ਕੀਤੇ ਸਨ। ਪਰਦੇ ਦੇ ਪਿੱਛੇ ਜਲੇਬੀਆਂ, ਲੱਡੂ ਤੇ ਹੋਰ ਕਈ ਤਰ੍ਹਾਂ ਦੀ ਮਠਿਆਈ ਦਾ ਬੁੱਕ ਭਰ ਲਿਆਏ ਤੇ ਸੁੰਦਰ ਸਿੰਘ ਵੱਲ ਕਰਕੇ ਬਚਨ ਕੀਤਾ, ਲਓ ਖਾ ਲਓ। ਫਿਰ ਮੇਰੇ ਵੱਲ ਹੱਥ ਕਰਕੇ ਖਲੋ ਗਏ। ਸੁੰਦਰ ਸਿੰਘ ਨੇ ਝੱਟ ਹੀ ਮੇਰੇ ਵੱਲ ਵੇਖ ਕੇ ਕਿਹਾ, ਕੁੱਕਰਾ ਨਾ ਖਾਈ, ਇਹ ਤਾਂ ਭੂਤਾਂ ਤੋਂ ਮੰਗਾਈ ਆ, ਇਹ ਖਾ ਕੇ ਮਰ ਜਾਵਾਂਗੇ। ਬਾਬਾ ਜੀ ਨੇ ਕਈ ਵਾਰ ਬਚਨ ਕੀਤਾ, ਖਾ ਲਓ, ਪਰ ਅਸੀਂ ਡਰ ਗਏ। ਅਸੀਂ ਮਠਿਆਈ ਨਾ ਖਾਧੀ। ਬਾਬਾ ਜੀ ਮਠਿਆਈ ਅੰਦਰ ਹੀ ਵਾਪਸ ਲੈ ਗਏ। ਸਾਡੇ ਅੰਦਰਲਾ ਭਰਮ ਦੂਰ ਕਰਨ ਲਈ ਹਜ਼ੂਰ ਨੇ ਬਚਨ ਕੀਤਾ, ਕੁੱਕਰ ਸਿੰਘ ਜਾਓ, ਜਾ ਕੇ ਬੀਬੀ ਵਾਲਾ ਪੰਡਤਾਂ ਨੂੰ ਰੋਟੀ ਕਰਨੀ ਹੈ, ਮਠਿਆਈ ਖਵਾਉਣੀ ਹੈ, ਉਹਨਾਂ ਨੂੰ ਨਿਆਉਂਦਾ ਦੇ ਆਓ, ਅਸੀਂ ਜੱਗ ਕਰਨਾ ਹੈ। ਮੈਂ, ਕੁੱਕਰ ਸਿੰਘ ਤੇ ਸੁੰਦਰ ਸਿੰਘ ਬੀਬੀ ਵਾਲਾ ਗਏ ਤੇ ਪੰਡਤਾਂ ਨੂੰ ਨਿਆਉਂਦਾ ਦੇ ਆਏ। ਅਗਲੇ ਦਿਨ ਇੱਕ ਪੰਡਤ ਹੀ ਆਇਆ। ਬਾਬਾ ਜੀ ਨੇ ਨੀਲਾ ਸਿੰਘ ਨੂੰ ਹੁਕਮ ਕੀਤਾ ਕਿ ਮੱਟੀ ਵਿੱਚੋਂ ਮਠਿਆਈ ਲਿਆ ਤੇ ਪੰਡਤਾਂ ਨੂੰ ਖਵਾ। ਕੁੱਕਰ ਸਿੰਘ ਦੀ ਜ਼ੁਬਾਨੀ ਹੈ,
ਸਾਡੇ ਸਾਹਮਣੇ ਮਠਿਆਈ ਪੰਡਤ ਨੂੰ ਖਵਾਈ ਤੇ 20 ਸਿਰ ਦਾਣੇ, ਇੱਕ ਦੁਆਨੀ ਦਛਣਾ ਵੀ ਦਿੱਤੀ। ਸਾਨੂੰ ਇਹ ਸਮਝ ਨਹੀਂ ਆਈ ਕਿ ਅੰਦਰ ਕੋਈ ਕਣਕ ਨਹੀਂ ਸੀ। ਇਹ ਕਣਕ ਕਿੱਥੋਂ ਆਈ? ਪਰ ਸਾਡੇ ਭੋਲੇ ਦਿਮਾਗ ਅੰਦਰ ਉਹੀ ਰਿਹਾ ਕਿ ਇਹ ਭੂਤਾਂ ਤੋਂ ਮੰਗਾਈ ਆ। ਉਸ ਪੰਡਤ ਨੂੰ ਵਿਦਾ ਕਰਨ ਸਮੇਂ ਬਾਬਾ ਜੀ ਨੇ ਬਚਨ ਕੀਤਾ, ਮੈਣੇ ਪਿੰਡ ਦੇ ਪੰਡਤਾਂ ਨੂੰ ਸੱਦਾ ਦੇਣਾ। ਅਗਲੇ ਦਿਨ 4 ਪੰਡਤ ਆ ਗਏ। ਉਹਨਾਂ ਨੂੰ ਵੀ ਉਹੀ ਮੱਟੀ ਵਿੱਚੋਂ ਮਠਿਆਈ ਖਵਾਈ ਤੇ 20 ਸਿਰ ਦਾਣੇ ਤੇ ਇੱਕ ਦੁਆਨੀ ਹਰੇਕ ਪੰਡਤ ਨੂੰ ਦਿੱਤੀ। ਇਹ ਸਿਲਸਿਲਾ 1 ਹਫ਼ਤੇ ਤੱਕ ਚੱਲਦਾ ਰਿਹਾ। ਬਾਈਏ ਦੇ ਪੰਡਤਾਂ ਨੂੰ ਵੀ ਉਸੇ ਮੱਟੀ ਵਿੱਚੋਂ ਮਠਿਆਈ ਖਵਾ ਦਿੱਤੀ ਤੇ ਦਛਣਾ ਵੀ ਦਿੱਤੀ। ਨੀਲਾ ਸਿੰਘ ਮੱਟੀ ਵਿੱਚੋਂ ਲਿਆਉਂਦਾ ਸੀ ਤੇ ਮੈਨੂੰ ਕੁੱਕੜ ਸਿੰਘ ਨੂੰ ਫੜਾ ਦਿੰਦਾ ਸੀ। ਮੈਂ ਅੱਗੋਂ ਪੰਡਤਾਂ ਨੂੰ ਵਰਤਾ ਦਿੰਦਾ। ਇਹ ਸਭ ਕੁਝ ਬਾਬਾ ਜੀ ਨੇ ਸਾਡੇ ਮਨ ਦੀ ਸ਼ੰਕਾ ਦੂਰ ਕਰਨ ਲਈ ਕੀਤਾ, ਪਰ ਸਾਡੀ ਮਲੀਨ ਬੁੱਧੀ ਇਹ ਸਭ ਕੁਝ ਅੱਖੀਂ ਵੇਖ ਕੇ ਵੀ ਸਮਝਣ ਤੋਂ ਅਸਮਰੱਥ ਰਹੀ। ਸਾਡੇ ਅੰਦਰ ਤਾਂ ਇੱਕ ਹੀ ਭੂਤ ਸਵਾਰ ਸੀ ਕਿ ਬਾਬਾ ਜੀ ਭੂਤਾਂ ਤੋਂ ਮੰਗਾਉਂਦੇ। ਭੂਤ ਇਹਨਾਂ ਦੇ ਵੱਸ ਹਨ। ਜਦੋਂ ਸਮਾਂ ਹੱਥੋਂ ਨਿਕਲ ਗਿਆ, ਭਵਿੱਖਬਾਣੀ ਕੀਤੀ, ਅੱਖੀਂ ਦੇਖ ਲਿਆ ਤਾਂ ਮਨ ਭਰ ਜਾਂਦਾ। ਇਹ ਸਭ ਕੁਝ ਬੋਲਦੇ ਸੁਣਾਉਂਦੇ ਕੁੱਕਰ ਸਿੰਘ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰਦੇ ਹਨ ਤੇ ਇੱਕ ਲੰਮਾ ਹੌਕਾ ਲੈ ਕੇ ਕਹਿੰਦਾ ਹੈ, ਜੇ ਪਤਾ ਲੱਗ ਜਾਂਦਾ ਕਿ ਇਹ ਤਾਂ ਆਪ ਹੀ ਰੱਬ ਹਨ ਤੇ ਪੱਲਾ ਨਾ ਛੱਡਦੇ, ਕੀ ਲੈਣਾ ਸੀ ਕਬੀਲਦਾਰੀ ਤੋਂ, ਬੇੜਾ ਪਾਰ ਕਰ ਲੈਂਦੇ। ਬਜ਼ੁਰਗ ਕੁੱਕਰ ਸਿੰਘ ਕਹਿੰਦਾ ਹੈ, ਜੋ ਹੁਣ ਹੋ ਰਿਹਾ ਹੈ ਬਾਬਾ ਜੀ ਉਹਦੀ ਭਵਿੱਖਬਾਣੀ ਸਾਡੇ ਕੋਲੋਂ 80 ਸਾਲ ਪਹਿਲਾਂ ਕਰਿਆ ਕਰਦੇ ਸਨ। ਜਿਵੇਂ ਬਠਿੰਡਾ ਬਰਨਾਲਾ ਸੜਕ ਬਾਰੇ ਮੰਡੀ ਤੇ ਪੁੱਚੋ ਕਲਾ ਇੱਕ ਹੋ ਜਾਣਗੇ, ਪੁੱਚੋ ਤੇ ਬਠਿੰਡਾ ਇੱਕ ਹੋ ਜਾਣਗੇ। ਇਹ ਸਾਡੀ ਬੇਸਮਝੀ ਸੀ ਕਿ ਅਸੀਂ ਇਹ ਗੱਲਾਂ ਸੁਣ ਕੇ ਬਾਬਾ ਜੀ ਨੂੰ ਕਹਿਣਾ ਕਿ ਵੱਡਾ ਗੱਪ ਛੱਡਿਆ ਹੈ। ਕੁੱਕਰ ਸਿੰਘ ਦੀ ਜ਼ਬਾਨੀ। ਇਹ ਪ੍ਰਸੰਗ ਕੁੱਕਰ ਸਿੰਘ ਨਾਲ ਆਪ ਬੀਤੀ ਦਾ ਹੈ, ਜੋ ਕਿ ਉਹਨਾਂ ਆਪ ਦੱਸਿਆ ਹੈ। ਅਗਲਾ ਪ੍ਰਸੰਗ ਵੀ ਉਹਨਾਂ ਦੀ ਜ਼ੁਬਾਨੀ ਹੈ। ਹਜ਼ੂਰ ਨੇ ਦੇਸੀ ਖੰਡ ਦੀਆਂ 2 ਮੱਗੀਆਂ ਘੜੇ ਤੋਂ ਛੋਟੇ ਆਕਾਰ ਦੀਆਂ ਭਰ ਕੇ ਰੱਖਣੀਆਂ। ਜਦ ਕਦੇ ਦੁੱਧ ਲੇਟ ਹੋ ਜਾਣਾ ਤਾਂ ਬਾਬਾ ਜੀ ਨੇ ਦੇਸੀ ਖੰਡ ਦੀਆਂ 4 ਪਿੰਨੀਆਂ ਬਣਾ ਲੈਣੀਆਂ। 3 ਪਿੰਨੀਆਂ ਜਾਨਵਰਾਂ ਨੂੰ ਪਾ ਦੇਣੀਆਂ ਤੇ ਇੱਕ ਆਪਣੇ ਹੱਥ ਵਿੱਚ ਰੱਖ ਲੈਣੀ। ਸਾਡੇ ਨਾਲ ਗੱਲਾਂ ਕਰਦੇ ਰਹਿਣਾ। ਇਹਦੇ ਬਾਰੇ ਸਾਨੂੰ ਪਤਾ ਨਾ ਲੱਗਣਾ ਕਿ ਪਿੰਨੀ ਖਾਂਦੇ ਵੀ ਸਨ ਜਾਂ ਨਹੀਂ। ਪਾਲ ਸਿੰਘ ਘੁਮਿਆਰ ਜਾਤੀ ਨਾਲ ਸੰਬੰਧ ਰੱਖਣ ਵਾਲਾ ਡੇਰੇ ਵਿੱਚ ਆਇਆ ਕਰਦਾ ਸੀ। ਇੱਕ ਦਿਨ ਉਸਨੇ ਮੌਕਾ ਤਾੜ ਕੇ ਖੰਡ ਵਾਲੀ ਬਲਣੀ ਵਿੱਚੋਂ ਇੱਕ ਮੁੱਠੀ ਖੰਡ ਦੀ ਭਰ ਲਈ ਤੇ ਖਾਣ ਲੱਗ ਪਿਆ। ਅੰਤਰਜਾਮੀ ਸਭ ਕੁਝ ਜਾਣਦੇ ਸਨ ਤੇ ਕਹਿਣ ਲੱਗੇ, ਪਾਲਿਆ ਕੀ ਖਾ ਰਿਹਾ ਹੈ? ਪਾਲਾ ਸਿੰਘ ਘਬਰਾ ਗਿਆ ਤੇ ਚੋਰੀ ਫੜੀ ਗਈ। ਝੱਟ ਬੋਲਿਆ, ਜੀ ਮਿੱਟੀ ਖਾ ਰਿਹਾ ਹਾਂ। ਹਜ਼ੂਰ ਨੇ ਬਚਨ ਕੀਤਾ, ਚੰਗਾ, ਜੇ ਮਿੱਟੀ ਖਾਣਾ ਹੈ ਤਾਂ ਸਾਰੀ ਉਮਰ ਮਿੱਟੀ ਖਾਂਦਾ ਰਹੇਗਾ। ਮਹਾਂਪੁਰਖਾਂ ਦੇ ਮੁੱਖ ਚੋਂ ਨਿਕਲਿਆ ਇੱਕ ਲਫ਼ਜ਼ ਵੀ ਅਜਾਈ ਨਹੀਂ ਜਾਂਦਾ। ਸੋ ਪਾਲ ਸਿੰਘ, ਜਿਸ ਨੇ ਸਾਲ ਕੁ ਹੋਇਆ ਸਰੀਰ ਛੱਡਿਆ ਹੈ, ਸਾਰੀ ਉਮਰ ਮਿੱਟੀ ਖਾਂਦਾ ਰਿਹਾ। ਖੇਤਾਂ ਵਿੱਚ ਜਾਣਾ ਤਾਂ ਵੀ ਛੋਟੀਆਂ ਛੋਟੀਆਂ ਮਿੱਟੀ ਦੀਆਂ ਡਲੀਆਂ ਖਾਂਦੇ ਰਹਿਣਾ। ਅੰਤਰਜਾਮੀ ਮਹਾਂਪੁਰਖਾਂ ਅੱਗੇ ਝੂਠ ਬੋਲਣ ਦਾ ਨਤੀਜਾ ਚੰਗਾ ਨਹੀਂ ਹੁੰਦਾ, ਕਿਉਂਕਿ ਗੋਲੀ ਦੇ ਨਿਸ਼ਾਨੇ ਤੋਂ ਇਨਸਾਨ ਬਚ ਸਕਦਾ ਹੈ, ਪਰ ਪਰਮਾਤਮਾ ਨਾਲ ਇੱਕ ਰਸ ਹੋਈ ਮਹਾਂਪੁਰਖਾਂ ਦੀ ਰਸਨਾ ਵਿੱਚੋਂ ਨਿਕਲਿਆ ਅੱਖਰ ਮਨੁੱਖ ਦੇ ਸਰੀਰ ਤੇ ਆਤਮਾ ਨੂੰ ਵੀ ਟੁੰਬ ਦਿੰਦਾ ਹੈ ਤੇ ਇਸ ਗਹਿਰੇ ਹੋਏ ਜ਼ਖਮ ਨੂੰ ਫਿਰ ਦੁਨੀਆਵੀ ਡਾਕਟਰ ਵੀ ਨਹੀਂ ਭਰ ਸਕਦੇ। ਬਾਬਾ ਜੀ ਨੇ ਖੰਡ ਵਾਲੀ ਬਲਣੀ ਮਾਈ ਕਿਸ਼ਨ ਕੌਰ, ਮਜ਼੍ਹਬੀ ਸਿੱਖ ਜੋ ਡੇਰੇ ਦੀ ਸੇਵਾ ਕਰਦੀ ਸੀ, ਉਹਨੂੰ ਦੇ ਦਿੱਤੀ। ਬਾਬਾ ਜੀ ਰਹਿਤ ਮਰਿਆਦਾ ਅਨੁਸਾਰ ਕੁਝ ਦਾਨ ਪੁੰਨ ਵੀ ਕਰਿਆ ਕਰਦੇ ਸਨ। ਜੋ ਪੰਡਤ ਮੇਹਰ ਚੰਦ, ਜੋ ਚੰਗੀ ਹਾਲਤ ਵਿੱਚ ਜ਼ਿੰਦਗੀ ਬਿਤਾ ਰਹੇ ਸਨ, ਨੇ ਲਿਖਣਯੋਗ ਦੱਸਿਆ ਕਿ ਹਜ਼ੂਰ 6 ਮਹੀਨੇ ਬਾਅਦ ਪਿੰਡ ਦੇ ਪੰਡਤਾਂ ਨੂੰ ਪ੍ਰਤੀ ਜੀ 1 ਸੇਰ ਸ਼ੱਕਰ, 1 ਸੇਰ ਸੀਰਨੀ, ਜਿਹਦੇ ਵਿੱਚ ਲੱਡੂ, ਜਲੇਬੀਆਂ ਤੇ ਹੋਰ ਕਈ ਕਿਸਮ ਦੀ ਮਠਿਆਈ ਮਿਲੀ ਹੁੰਦੀ ਸੀ। 1 ਰੁਪਈਆ ਉਹੀ ਸਨ ਦਾ, ਜਿਵੇਂ 1921, 1922 ਆਦਿ ਦਛਣਾ ਦੇ ਰੂਪ ਵਿੱਚ ਦਿੰਦੇ ਸਨ। ਸਾਰੀ ਸਮੱਗਰੀ ਨੂੰ ਚਿੱਟੀ ਚਾਦਰ ਨਾਲ ਢੱਕ ਕੇ ਰੱਖਦੇ ਸਨ ਤੇ ਪੰਡਤਾਂ ਨੂੰ ਦਾਦਾ ਕਹਿ ਕੇ ਸਨਮਾਨ ਦਿੰਦੇ ਸਨ। ਹਜ਼ੂਰ ਦੇ ਸੇਵਕ ਕੁੱਕਰ ਸਿੰਘ ਨੇ ਦੱਸਿਆ ਕਿ ਇੱਕ ਵਾਰ ਬਾਬਾ ਜੀ ਨੇ ਹੁਕਮ ਕੀਤਾ, ਸੇਵਕੋ, ਇਹ ਮੱਟੀ ਪਾਣੀ ਨਾਲ ਭਰ ਦਿਓ ਇਸ਼ਨਾਨ ਕਰਨ ਲਈ। ਅਸੀਂ ਤਿੰਨਾਂ, ਨੀਲਾ ਸਿੰਘ, ਕੁੱਕਰ ਸਿੰਘ ਤੇ ਸੁੰਦਰ ਸਿੰਘ ਨੇ ਮੱਟੀ ਭਰਨੀ ਸ਼ੁਰੂ ਕਰ ਦਿੱਤੀ। ਕਾਫੀ ਘੜੇ ਪਾਉਣ ਤੋਂ ਬਾਅਦ ਮੱਟੀ ਨਾ ਭਰੀ। ਸੁੰਦਰ ਸਿੰਘ ਕਹਿਣ ਲੱਗਾ, ਕੁੱਕਰਾ, ਸਾਧ ਨੇ ਮੱਟੀ ਹੇਠਾਂ ਮੋਰੀ ਕੀਤੀ ਹੋਏਗੀ, ਜਿਹੜੀ ਭਰਦੀ ਨਹੀਂ।
ਪਰ ਅਸੀਂ ਮੱਟੀ ਹਿਲਾ ਚਲਾ ਕੇ ਵੇਖੀ, ਪਰ ਉਹ ਠੀਕ ਠਾਕ ਸੀ। ਬਾਬਾ ਜੀ ਸਾਡੇ ਵੱਲ ਵੇਖ ਕੇ ਖੁਸ਼ ਹੋ ਰਹੇ ਸਨ। ਜਾਣੋ ਉਹ ਕਹਿ ਰਹੇ ਹੋਣ ਕਿ ਇਹਨਾਂ ਬੁੱਧੂਆਂ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਇਹ ਕਿਉਂ ਨਹੀਂ ਭਰਦੀ। ਪਰ ਕੀ ਜਾਣੇ ਸਾਡੀ ਮਲੀਨ ਬੁੱਧੀ ਸਰਬ ਸ਼ਕਤੀਮਾਨ ਦੇ ਕ੍ਰਿਸ਼ਮਿਆਂ ਨੂੰ ਹੱਸ ਕੇ ਬਚਨ ਕਰਨ ਲੱਗੇ, ਤੁਸੀਂ ਕਹਿੰਦੇ ਸੀ ਹੁਣੇ ਭਰ ਦਿੰਦੇ ਆ, ਭਰ ਦਿਓ। ਬਚਨ ਕਰਦਿਆਂ ਨੇ ਮੱਟੀ ਉੱਪਰ ਚੱਪਣ ਰੱਖ ਦਿੱਤਾ। ਬਚਨ ਕੀਤਾ, ਲਓ ਦੇਖ ਲਓ ਹੁਣ ਭਰ ਗਈ। ਅਸੀਂ ਵੇਖਿਆ ਤਾਂ ਮੱਟੀ ਭਰ ਗਈ। ਚੱਪਣ ਉੱਪਰ ਰੱਖਣ ਤੋਂ ਬਾਅਦ ਪਾਣੀ ਬਾਹਰ ਨਿਕਲ ਰਿਹਾ ਸੀ। ਬਜ਼ੁਰਗ ਕੁੱਕਰ ਸਿੰਘ ਜੀ ਦੱਸਦੇ ਹਨ ਕਿ ਬਾਬਾ ਜੀ ਦੇ ਸਰੀਰ 'ਤੇ ਰੂਮ ਬਹੁਤ ਸਨ। ਜਦ ਅਸੀਂ ਇਸ਼ਨਾਨ ਕਰਾਉਣ ਲੱਗਦੇ ਸੀ ਤਾਂ ਹਰ ਕੋਈ ਚੀਜ਼ ਜੋ ਆਪਣੀ ਧੁਨੀ ਨਾਲ ਬੰਨੀ ਹੁੰਦੀ ਸੀ ਹੱਥ ਵਿੱਚ ਕਰ ਲੈਂਦੇ। ਅਸੀਂ ਇਸ ਚੀਜ਼ ਦੇ ਦਰਸ਼ਨ ਨਹੀਂ ਕੀਤੇ। ਕਈ ਘੜੇ ਪਾਣੀ ਦੇ ਇਸ਼ਨਾਨ ਕਰਨ ਲੱਗਿਆਂ ਨੇ ਖਾਲੀ ਕਰ ਦੇਣੇ। ਬਾਬਾ ਜੀ ਦੀਆਂ ਉਂਗਲਾਂ ਬਹੁਤ ਪਤਲੀਆਂ ਸਨ। ਇੱਕ ਦਿਨ ਇਸ਼ਨਾਨ ਕਰਾਉਣ ਸਮੇਂ ਸੁੰਦਰ ਸਿੰਘ, ਜਿਸ ਨੂੰ ਨੰਦੇ ਕਾ ਕਹਿ ਕੇ ਪੁਕਾਰਦੇ ਸਨ, ਕਹਿਣ ਲੱਗਾ, ਮਹਾਰਾਜ ਆਪ ਦੀਆਂ ਉਂਗਲਾਂ ਬਹੁਤ ਪਤਲੀਆਂ ਹਨ। ਹਜ਼ੂਰ ਹੱਸ ਕੇ ਕਹਿਣ ਲੱਗੇ, ਪੰਜਾ ਪਾ ਕੇ ਵੇਖ ਲੈ। ਸੁੰਦਰ ਸਿੰਘ ਕਹਿਣ ਲੱਗਾ, ਮਹਾਰਾਜ ਉਂਗਲਾਂ ਟੁੱਟ ਜਾਣਗੀਆਂ। ਬਾਬਾ ਜੀ ਨੇ ਹੱਸ ਕੇ ਵਚਨ ਕੀਤਾ, ਤੇਰਾ ਪਿਓ ਵੀ ਨਹੀਂ ਤੋੜ ਸਕਦਾ। ਨੰਦੇ ਕਿਹਾ, ਐਸੇ ਕੌਤਕ ਕਰਨੇ ਕਿ ਸਧਾਰਨ ਮਨੁੱਖ ਆਪ ਦੀ ਰੂਹਾਨੀ ਤਾਕਤ ਨੂੰ ਸਮਝ ਹੀ ਨਾ ਸਕੇ। ਬਾਬਾ ਜੀ ਦੇ ਆਸਣ ਟਿੱਲੇ ਦੇ ਪਿੱਛੇ ਪੱਛਮ ਵੱਲ ਇੱਕ ਛੱਪੜ, ਜਿਸ ਨੂੰ ਹਜੂਰ ਤਲਾਬ ਕਹਿੰਦੇ ਸਨ, ਇਹਦੇ ਵਿੱਚੋਂ ਜਲ ਕਦੇ ਕਦੇ ਵਰਤਿਆ ਕਰਦੇ ਸਨ। ਪਿੰਡ ਦੇ ਲੋਕ ਵੀ ਇੱਥੋਂ ਹੀ ਜਲ ਲੈ ਕੇ ਜਾਂਦੇ। ਤਲਾਬ ਦੇ ਨਾਲ ਇੱਕ ਛੱਪੜ ਸੀ, ਜਿਹਦੇ ਵਿੱਚ ਪਿੰਡ ਦੇ ਲੋਕ ਮੱਝਾਂ ਆਦਿ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਤੇ ਨਹਾਉਂਦੇ ਸਨ। ਗੋਂਦਾ ਮੱਲ ਛੱਪੜ ਵਿੱਚ ਆਪਣੀਆਂ ਮੱਝਾਂ ਨਹਾਉਣ ਲਈ ਲਿਆਉਂਦਾ ਤੇ ਕਈ ਕਈ ਘੰਟੇ ਛੱਪੜ ਦੇ ਕਿਨਾਰੇ ਦਰਖਤ ਦੇ ਹੇਠਾਂ ਬੈਠੇ ਰਹਿਣਾ। ਇਹਦੇ ਨਾਲ ਚੇਤੂ ਡਕੌਤ, ਟੇਕੂ ਮਹਿਰਾ, ਈਸ਼ਰ ਸਿੰਘ, ਬੀਬੀ ਕਾ, ਇਹ ਚਾਰੇ ਇੱਕ ਟੋਲੀ ਬਣਾ ਕੇ ਬੈਠਦੇ ਸਨ। ਇਹਨਾਂ ਨੇ ਗੱਲਾਂ ਕਰਨ ਵੇਲੇ ਗਾਲਾਂ ਕੱਢਦੇ ਰਹਿਣਾ। ਉੱਚੀ ਆਵਾਜ਼ ਵਿੱਚ ਕੱਢੀਆਂ ਗਾਲਾਂ ਹਜੂਰ ਦੇ ਕੰਨੀ ਪੈ ਜਾਣੀਆਂ। ਮਹਾਰਾਜ ਬਾਬਾ ਜੀ ਨੇ ਇਹਨਾਂ ਨੂੰ ਕਈ ਵਾਰ ਸਮਝਾਇਆ ਕਿ ਇੱਥੇ ਸੰਗਤ ਆਉਂਦੀ ਹੈ, ਮਾਈਆਂ ਬੀਬੀਆਂ ਵੀ ਸੰਗਤ ਵਿੱਚ ਸ਼ਾਮਲ ਹੁੰਦੀਆਂ ਹਨ, ਸੋ ਤੁਸੀਂ ਗਾਲਾਂ ਨਾ ਕੱਢਿਆ ਕਰੋ। ਨਗਰ ਦੀਆਂ ਮਾਈਆਂ ਬੀਬੀਆਂ ਵੀ ਤਲਾਬ ਤੋਂ ਪਾਣੀ ਭਰਨ ਆਉਂਦੀਆਂ ਹਨ। ਕਈ ਵਾਰ ਰੋਕਣ ਤੋਂ ਬਾਅਦ ਵੀ ਚੁੱਪ ਨਾ ਹੋਏ। ਸਾਕਤ ਪੁਰਸ਼ ਮਹਾਂਪੁਰਖਾਂ ਦੇ ਬਚਨਾਂ ਦੀ ਉਲੰਘਣਾ ਕਰਕੇ ਦੁੱਖਾਂ ਦੀ ਮੌਤ ਤੋਂ ਕਿੰਨਾ ਚਿਰ ਛੁਟਕਾਰਾ ਪਾ ਸਕਦਾ ਹੈ। ਮੌਤ ਅਟਲ ਹੈ, ਪਰ ਗੁਰਮੁਖ ਤੇ ਸਾਕਤ ਪੁਰਸ਼ ਦੀ ਮੌਤ ਵਿੱਚ ਅੰਤਰ ਹੈ। ਜਿਸ ਤਰ੍ਹਾਂ ਕੋਈ ਬੀਜੇਗਾ ਉੱਦਾਂ ਹੀ ਵੱਢੇਗਾ, ਤੇ ਉਸੇ ਤਰ੍ਹਾਂ ਦਾ ਹੀ ਸੋ ਇਹਨਾਂ ਪ੍ਰਤੀ ਬਚਨ ਹੋ ਗਏ। ਅਰਜਨ ਸਿੰਘ ਦੇ ਭਰਾ ਈਸ਼ਰ ਸਿੰਘ ਨੂੰ ਬਚਨ ਹੋਇਆ, ਕੀੜੇ ਪੈ ਕੇ ਮਰੇਗਾ, ਸੋ ਉਹਦੇ ਕੀੜੇ ਪਏ। ਸੇਠ ਗੋਂਦਾ ਮੱਲ ਨੂੰ ਬਚਨ ਹੋਇਆ, ਗੋਂਦਾ ਮੈਂ ਡਿੱਠਾ ਰੋਂਦਾ। ਬਾਕੀ ਹੋਰ ਵੀ ਜੋ ਇਹਨਾਂ ਦਾ ਸਾਥ ਦਿੰਦੇ ਸਨ, ਸਭ ਦੀ ਪਥਰਾਏ ਇਹੋ ਜਿਹੇ ਬਚਨ, ਜਿਵੇਂ ਭਗਵਾਨ ਸਿੰਘ ਗੋਂਦਾਰਾ, ਅੰਮੀ ਚੰਦ ਅਰੋੜਾ, ਜਿਸ ਦੀ ਪੁੱਚੋ ਮੰਡੀ ਪੰਸਾਰੀ ਦੀ ਦੁਕਾਨ ਸੀ, ਵੱਲ ਇਸ਼ਾਰਾ ਸੀ। ਭਗਵਾਨਿਆ ਗੋਦਾਰਿਆ, ਅੰਮੀ ਚੰਦ ਰੋੜਿਆ, ਸਾਹਿਬ ਸੱਚੇ ਰੋੜਿਆ। ਜੇ ਕਿਸੇ ਦਾ ਬੱਚਾ ਬਿਮਾਰ ਹੋ ਜਾਣਾ ਜਾਂ ਪਸ਼ੂ ਬਿਮਾਰ ਹੋ ਜਾਣਾ, ਇਹਨਾਂ ਨੇ ਤੰਦਰੁਸਤੀ ਦੀ ਬੇਨਤੀ ਕਰਨੀ। ਹਜੂਰ ਨੇ ਬਚਨ ਕਰਨਾ, ਮਾਰੋ ਡਲੇ ਰੋੜੇ ਅੱਧੀ ਇੱਟ, ਗੋਂਦੇ ਦੀ ਕਾਰ ਗੋਂਦੇ ਦਾ ਨਿਸ਼ਾਨ ਬਣਾ ਕੇ ਉੱਥੇ ਹੀ ਡਲੇ ਮਾਰਨੇ, ਬੱਚੇ ਨੇ ਠੀਕ ਹੋ ਜਾਣਾ। ਡਲੇ ਇਸ ਤਰ੍ਹਾਂ ਮਾਰਨੇ ਜਿਵੇਂ ਕਿਸੇ ਦੀ ਨਜ਼ਰ ਦਾ ਸ਼ੱਕ ਹੋਵੇ ਤਾਂ ਉਸ ਦੀ ਫੋਟੋ ਬਣਾ ਕੇ ਆਮ ਲੋਕ ਛਿੱਤਰ ਮਾਰਦੇ ਹਨ। ਜੋ ਜੋ ਬਚਨ ਕਿਸੇ ਪਥਰਾਏ ਕੀਤਾ, ਉਸੇ ਤਰ੍ਹਾਂ ਹੀ ਵਰਤਿਆ। ਕਈ ਪਾਠਕਾਂ ਦਾ ਵਿਚਾਰ ਵੀ ਹੋ ਜਾਂਦਾ ਹੈ ਕਿ ਬਾਬਾ ਜੀ ਨੇ ਸਰਾਪ ਦਿੱਤਾ ਸੀ। ਨਹੀਂ, ਇਹ ਤਾਂ ਅਕਾਲ ਪੁਰਖ ਦਾ ਹੁਕਮ, ਇਸ ਤਰ੍ਹਾਂ ਹੀ ਵਰਤਣਾ ਸੀ।